ਤੁਹਾਡਾ ਸਵਾਗਤ ਹੈ #ਲਾਲਟਨ ਵਿੱਚ। ਅੱਜ ਅਸੀਂ ਮੌਤ ਅਲੀ ਬਾਬੇ ਦੀ ਕਹਾਣੀ ਸੰਗ੍ਰਹਿ ਵਿੱਚੋਂ ਮੌਤ ਅਲੀ ਬਾਬੇ ਦੀ ਕਹਾਣੀ ਪੜ੍ਹਾਂਗੇ, ਜਿਸ ਵਿੱਚ ਕਲਰਕ ਖੁਦਕੁਸ਼ੀ ਕਰ ਲੈਂਦਾ ਹੈ ਅਤੇ ਉਹਦਾ ਮਾਮਲਾ ਸਾਰੀ ਕਹਾਣੀ 'ਚ ਕਿਸ ਤਰ੍ਹਾਂ ਘਸੀਟਦਾ ਹੈ, ਉਹ ਜੀਤ ਕੌਰ ਨੇ ਇਸ ਤਰ੍ਹਾਂ ਬਿਆਨ ਕੀਤਾ। ਤੇ ਆਖਰ ਇੱਕ ਦਿਨ ਉਸ ਆਦਮੀ ਨੇ, ਜਿਹੜਾ ਆਦਮੀ ਘੱਟ ਤੇ ਕਲਰਕ ਜ਼ਿਆਦਾ ਸੀ ਤੇ ਜਿਸ ਦਾ ਨਾਂ ਰਾਮ ਲਾਲ ਸੀ, ਆਪਣੇ ਦਫ਼ਤਰ ਯਾਨੀ ਟਾਊਨ ਹਾਲ ਦੀ ਚੌਥੀ ਛੱਤ ਤੋਂ ਕੁੱਦ ਕੇ ਖੁਦਕੁਸ਼ੀ ਕਰ ਲਈ। ਅਗਲੇ ਦਿਨ ਅਖਬਾਰ ਦੇ ਲੋਕਲ ਖਬਰਾਂ ਵਾਲੇ ਤੀਜੇ ਸਫ਼ੇ ਦੇ ਪੈਰਾਂ ਵਿੱਚ, ਜਿੱਥੇ ਬਹੁਤ ਨਿਗੂਣੀਆਂ ਜਿਹੀਆਂ ਖਬਰਾਂ ਛਪਦੀਆਂ ਨੇ ਕਿ ਸ਼ਹਿਰ ਵਿੱਚ ਇੰਨੇ ਕਤਲ ਹੋਏ, ਇੰਨੇ ਬਲਾਤਕਾਰ ਹੋਏ, ਫਲਾਣਾ ਬੰਦਾ ਟਰੱਕ ਹੇਠਾਂ ਕੁਚਲਿਆ ਗਿਆ, ਇੱਕ ਬੱਚਾ ਰੇਲਵੇ ਲਾਈਨ ਦੇ ਕੱਟ ਕੇ ਮਰ ਗਿਆ, ਫਲਾਣੇ ਨੇ ਖੁਦਕੁਸ਼ੀ ਕਰ ਲਈ, ਫਲਾਣੀ ਤੇ ਫਲਾਣੀ ਔਰਤ ਸਟੋਪ 'ਤੇ ਚਾਹ ਬਣਾਉਂਦਿਆਂ ਸੜ ਮੁਈ। ਉੱਥੇ ਹੀ 2 ਲਾਈਨਾਂ ਦੀ ਖਬਰ ਛਪੀ ਕਿ ਰਾਮ ਲਾਲ, ਜਿਹੜਾ ਮਿਊਨਸਿਪੈਲਿਟੀ ਵਿੱਚ ਕਲਰਕ ਸੀ, ਟਾਊਨ ਹਾਲ ਦੀ ਚੌਥੀ ਛੱਤ ਤੋਂ ਛਾਲ ਮਾਰ ਕੇ ਮਰ ਗਿਆ ਹੈ। ਉਸ ਦਿਨ ਲੋਡੇ ਵੇਲੇ ਮਿਸਿਜ਼ ਮਿੱਡਾ ਦੀ ਕਿੱਟੀ ਪਾਰਟੀ ਵਿੱਚ ਮਿਸਿਜ਼ ਮਾਥੁਰ, ਜਿਹੜੀ ਬਾਕੀ ਦੀਆਂ ਸਾਰੀਆਂ ਔਰਤਾਂ ਨਾਲੋਂ ਹੌਲੇ ਮੇਲ ਦੀਆਂ ਸਾੜੀਆਂ ਤੇ ਹਲਕੇ ਗਹਿਣੇ ਪਾਉਣ ਲਈ ਮਜਬੂਰ ਸੀ, ਕਿਉਂਕਿ ਉਹਦੇ ਘਰ ਵਾਲੇ ਨੂੰ ਖਸਮਾਂ ਖਾਣੀ ਭਾਰਤ ਸਰਕਾਰ ਨੇ ਪਿਛਲੇ 6 ਵਰ੍ਹਿਆਂ ਤੋਂ ਡਿਫੈਂਸ ਮਿਨਿਸਟਰੀ ਦੇ ਇਹੋ ਜਿਹੇ ਦੁਨੀਆਨੂਸੀ ਮਹਿਕਮੇ ਵਿੱਚ ਅੜੰਗ ਰੱਖਿਆ ਸੀ, ਜਿੱਥੇ ਉਤਲੀ ਆਮਦਨੀ ਦੇ ਕੋਈ ਚਾਂਸ ਨਹੀਂ ਸਨ। ਅਤੇ ਇਸੇ ਕਰਕੇ ਮਿਸਿਜ਼ ਮਾਥੁਰ ਨੂੰ ਆਪਣੀਆਂ ਸਾੜੀਆਂ ਦੇ ਗਹਿਣਿਆਂ ਦੇ ਹਲਕੇਪਨ ਨੂੰ ਛੁਪਾਉਣ ਲਈ ਕਿੱਟੀ ਪਾਰਟੀ ਵਾਲੇ ਦਿਨ ਬੜੀ ਇਕਾਗਰ ਚਿੱਤ ਹੋ ਕੇ ਅਖਬਾਰ ਪੜ੍ਹਨ ਲਈ ਅਤੇ ਉਹਦੀਆਂ 2-3 ਸੁਰਖੀਆਂ ਵਾਲੀਆਂ ਖਬਰਾਂ ਨੂੰ ਯਾਦ ਕਰਕੇ ਪਾਰਟੀ ਵਿੱਚ ਉਹਨਾਂ ਬਾਰੇ ਗੱਲ ਕਰਕੇ ਬਾਕੀਆਂ ਉੱਤੇ ਆਪਣੀ ਜਾਗਰੂਕਤਾ ਦੀ ਧੌਂਸ ਜਮਾਉਣ ਲਈ ਉਚੇਰੀ ਮਿਹਨਤ ਕਰਨੀ ਪੈਂਦੀ ਸੀ। ਚਿਕਨ ਟਿੱਕੇ ਦਾ ਟੁਕੜਾ ਨਜ਼ਾਕਤ ਨਾਲ ਕੁਤਰਦਿਆਂ ਹੋਇਆਂ ਕਿਹਾ, ਪਤਾ ਹੈ ਨਹੀਂ ਕੌਣ ਸੀ ਉਹ? ਵਿਚਾਰਾ ਰਾਮ ਲਾਲ, ਜਿਹੜਾ ਕੱਲ ਟਾਊਨ ਹਾਲ ਤੋਂ ਛਾਲ ਮਾਰ ਕੇ ਮਰ ਗਿਆ ਏ। ਜਵਾਬ ਵਿੱਚ ਕੁਝ ਪਲਕਾਂ ਫਰਕਰਾਈਆਂ, ਕੰਨਾਂ ਦੇ ਹੀਰੇ ਝਿਲਮਿਲਾਏ ਤੇ ਮਿਸਿਜ਼ ਮਿੱਡਾ, ਕਿਉਂਕਿ ਮੇਜ਼ਬਾਨ ਸੀ, ਬੋਲੀ, ਪੂਅਰ ਡੀਅਰ। ਉਸ ਦੁਪਹਿਰ ਨੂੰ ਪ੍ਰੈਸ ਕਲੱਬ ਵਿੱਚ ਬੇਰਾਂ ਦੇ ਝੱਗੋ ਝੱਗ ਗਲਾਸਾਂ ਨੂੰ ਪੁਰਾਣੀਆਂ ਨਾਮੁਰਾਦ ਜਿਹੀਆਂ ਮੇਜ਼ਾਂ 'ਤੇ ਰੱਖ ਕੇ, ਜਦੋਂ ਅਖਬਾਰੀ ਲੋਕ ਤਾਰਾਪੁਰ ਪਲਾਂਟ ਦੇ ਪੰਜਾਬ ਮਸਲੇ 'ਤੇ ਗੱਲ ਕਰ ਰਹੇ ਸਨ, ਗੁਪਤਾ ਨੇ, ਜਿਹੜਾ ਰੋਜ਼ 2 ਵਰਕਿਆਂ ਦਾ ਇੱਕ ਲੋਡੇ ਵੇਲੇ ਦਾ ਪਰਚਾ ਕੱਢਦਾ ਸੀ ਹਿੰਦੀ ਵਿੱਚ, ਅਤੇ ਜਿਸ ਨੂੰ 2 ਸਾਲ ਪਹਿਲੋਂ ਇੰਦਰਾ ਗਾਂਧੀ ਨੇ ਰਾਜ ਸਭਾ ਦਾ ਮੈਂਬਰ ਨਾਮਜ਼ਦ ਕਰ ਦਿੱਤਾ ਸੀ, ਕਹਿਣ ਲੱਗਾ, ਉਸ ਰਾਮ ਲਾਲ ਬਾਰੇ ਕੁਝ ਪਤਾ ਲੱਗਾ? ਰਾਮ ਲਾਲ ਲੜਾ ਰਿਹਾ ਆਪਣੀਆਂ ਤਿਗੜਮਾਂ। ਹਰ ਚੀਫ ਮਿਨਿਸਟਰ ਜਦੋਂ ਭੂਤਪੂਰਵ ਹੋ ਜਾਂਦਾ ਹੈ ਤਾਂ ਨਵੇਂ ਆਉਣ ਵਾਲੇ ਦੇ ਖਿਲਾਫ ਕਰਪਸ਼ਨ ਦੇ ਸਬੂਤ ਇਕੱਠੇ ਕਰਨ ਲੱਗਦਾ ਹੈ। ਪਰਸੋਂ ਮਿਲਿਆ ਸੀ, ਨਵੇਂ ਚੀਫ ਮਿਨਿਸਟਰ ਬਾਰੇ ਜਾਣਕਾਰੀ ਦੇਣ ਹਿੰਦੁਸਤਾਨ ਟਾਈਮਜ਼ ਦਾ ਰਾਜ਼ ਬੋਲਿਆ, ਅਰੇ ਬਈ, ਉਹ ਰਾਮ ਲਾਲ ਨਹੀਂ, ਉਹ ਰਾਮ ਲਾਲ ਜਿਹਨੇ ਕੱਲ ਟਾਊਨ ਹਾਲ ਤੋਂ ਕੁੱਦ ਕੇ ਖੁਦਕੁਸ਼ੀ ਕੀਤੀ। ਉਹ ਤਾਂ ਕ੍ਰਾਈਮ ਰਿਪੋਰਟ ਇਨਵੈਸਟੀਗੇਸ਼ਨ
कर रहा है। शायद अज राती फाइल करेगा स्टोरी। पर स्टोरियां तो कल रात तो ही सब ते बोझियां विच सन। पवन मनचंदा ने जो सब दी मदद कीती सी असलीयत जानन विच, वो अज फाइल कीतियां जाणगियां, कल छपणगियां सब अखबारां विच। दफ्तर दे PRO यानी पब्लिक रिलेशन ऑफिसर पवन मनचंदा ने कल शाम उचेरी पार्टी दिती सी प्रैस वालियां नूं ताज विच। इस तरह का कोझा खून खराबा मौत बहुत किसी भी दफ्तर वास्ते बड़ी नमोशी की गल सी। ते पवन मनचंदा का काम ही यही सी कि हर नमोशी नूं बेनकामी विच तब्दील कर देवे छू मंत्र नाल। जै काली कलकत्ते वाली तेरा वार न जावे खाली। सो राम लाल की खुदकुशी की खबर लख दबाउण नाल भी जदों ना दबी तां पवन मनचंदा नूं म्यूनसिपल कमिश्नर ने तलब किया, ये की हो रहा बई? वैसे कौन सी है राम लाल? प्रैस वाले कंबख्तां नूं ये खबर किस तरह हो गई? तेरे हुंदियां 6 टैलीफोन आ चुके ने। मनचंदा पवन मनचंदा ने अपने चिकने चेहरे ते एक चिकनी मखनी मुस्कुराहट चौपड़ी। सर, ਉਹਦੀ ਲਾਸ਼ जद ਸ਼ਰੇਆਮ ਹੇਠਲੇ ਵਿਹੜੇ ਵਿੱਚ ਆਣ ਡਿੱਗੀ ਤਾਂ ਕਿਸ ਤਰ੍ਹਾਂ ਖੁਰਦਬੂਰ ਕਰ ਦਿੰਦਾ ਮੈਂ। ਉਹ ਮੈਨੂੰ ਕੁਝ ਨਹੀਂ ਪਤਾ, ਪਰ ਲਾਸ਼ ਨਹੀਂ ਤਾਂ ਕੰਮ ਖਬਰ ਤਾਂ ਖੁਰਦ-ਬੁਰਦ ਕੀਤੀ ਜਾ ਸਕਦੀ ਸੀ। म्यूनसिपल कमिश्नर साहब ते तेवरां ते त्योड़े नूं अज कोई मक्खन चौपड़ी मुस्कुराहट नहीं सी पहुँच सकती। खैर, दोहां दा एक गल नाल जरूर समझौता सी। ये हरामी अखबारां वाले बड़े नमक हराम ते शराब हराम हुंदे ने। रता लिहाज नहीं इन्हां नूं। पवन मनचंदा ने सब तो पहला राम लाल की खुदकुशी का खुरा अपने ही घर पहुँचाउण की कोशिश की। अरे भाई, कुछ भी हो सकता है। राम लाल की बीवी किसी होर नाल फसी हो सकती है। राम लाल की कुआरी धी गर्भवती हो सकती है। राम लाल का पुत्र किसी डाके गिरफ्तार भी हो सकता है कि नहीं? पर सारी खोज खबर का कोई फायदा नहीं होया। राम लाल की फटी धोती ते 35 की उमरे 50 की दिसण वाली बीवी किसी नाल की फसेगी? राम लाल की धी अजे 6.5 वरियां दी सी, सो ना गर्भवती हो सकती सी ते ना ही किसी नाल उधड़ सकती सी। ते राम लाल के 2 मुंडे 6वीं ते 7वीं जमात विच पढ़दे सन, जो डाका नहीं सन मार सकते। नाले जनाब, ये कंगालियां दे पुत्र की खा के डाका मारनगे? वो तो वड्डे वड्डे रईसां दे जां मनिस्टरां दे पुत्रां दा ही जद्दी हक है। पर हुण कुछ ना कुछ तो करना ही पैना सी। पवन मनचंदा नूं तनख्वाह ही इस गल दी मिलदी सी। सो सारे दफ्तरां विच उत्तों हेठां तक ते हेठों तां तक एक कागज़ तोड़िया गया, बकायदा फाइलां विच नत्थी हो के। पुरानियां तरीकां विच शिकायत किसी भारद्वाज दी काल विच यही ना सुझिया पवन मनचंदा नूं, क्योंकि अजकल किसी भारद्वाज की कुड़ी नाल उहदे विआह की गलबात चल रही सी कि राम लाल ने प्रॉपर्टी टैक्स विच हेर फेर करने लई उन्हां कोलों 400 रुपए रिश्वत मंगी है। ते फिर पूरा केस तैयार होया। रिश्वत लैंदियां राम लाल दा रंगे हत्थ फड़िया जाना, क्योंकि साहिबान रंगे हत्थ सिर्फ क्लर्क ते चपड़ासी ही फड़े जाते हैं ते छोटे मोटे अफसर जिन्हां दी उतलियां नाल ना बनती होवे। इस मुल्क दा पिछले 36 सालों का इतिहास गवाह है। चार्जशीट दे आर्डर जिहड़े अजे दस्तखत होण लई किसी काउंसलर दे मेज ते ही पए सन,
ਹੁਣ ਸਸਪੈਂਸ਼ਨ ਦੇ ਆਰਡਰ ਦਫ਼ਤਰ ਵਿੱਚ ਚਹਿਲਕਦਮੀ ਕਰ ਰਹੇ ਹੋਣ ਤਾਂ ਕਣਸੋ ਮਿਲ ਹੀ ਜਾਂਦੀ ਹੈ ਬੰਦੇ ਨੂੰ। ਸੋ ਰਾਮ ਲਾਲ ਨੂੰ ਵੀ ਉਹਨਾਂ ਦੀ ਭਿਣਕ ਪੈ ਗਈ। ਨਮੋਸ਼ੀ ਤੋਂ ਡਰਦਿਆਂ ਰਾਮ ਲਾਲ ਨੇ ਆਤਮ ਹੱਤਿਆ ਕਰ ਲਈ। ਪੂਰੀ ਕਹਾਣੀ ਹਿੰਦੀ ਫਿਲਮਾਂ ਦੇ ਰਾਈਟਰ ਜਿਸ ਤਰ੍ਹਾਂ ਘੜਦੇ ਨੇ ਉਸੇ ਤਰ੍ਹਾਂ ਘੜੀ ਗਈ। ਲੋਡੇ ਵੇਲੇ ਤੱਕ ਸਾਰੀ ਕਾਰਵਾਈ ਦਰੁਸਤ ਕਰਕੇ ਪਵਨ ਮਨਚੰਦਾ ਨੇ ਜਾ ਰਿਪੋਰਟ ਦਿੱਤੀ ਮਿਊਨਿਸਪਲ ਕਮਿਸ਼ਨਰ ਸਾਹਿਬ ਨੂੰ। ਤੇ ਇਸ ਤਰ੍ਹਾਂ ਰਾਮ ਲਾਲ ਦੀ ਲਾਸ਼ ਦੇ ਗਲੇ ਵਿੱਚ, ਜਿਹੜੀ ਅਜੇ ਪੋਸਟਮਾਰਟਮ ਦੇ ਮੇਜ਼ ਤੇ ਡਾਕਟਰਾਂ ਦੀਆਂ ਛੁਰੀਆਂ ਚਾਕੂਆਂ ਦੇ ਹੇਠਾਂ ਤਰਾਸ਼ੀ ਜਾ ਰਹੀ ਸੀ, ਬੇਈਮਾਨੀ ਦਾ ਪਟਾ ਪਾ ਦਿੱਤਾ ਗਿਆ। ਤੇ ਲਾਸ਼ ਦੇ ਢਿੱਡ ਵਿੱਚੋਂ ਪਹਿਲਿਆਂ ਲਈ ਰਿਸ਼ਵਤਾਂ ਦੇ ਨੋਟ ਜਿਹੜੇ ਫੜੇ ਨਹੀਂ ਸਨ ਗਏ, ਤੇ ਰਾਮ ਲਾਲ ਜਿਨ੍ਹਾਂ ਨੂੰ ਚੁੱਪਚਾਪ ਕਿਸੇ ਜੰਗਲ ਵੇਲੇ ਅੱਧੀਆਂ ਅੱਖਾਂ ਮੀਟ ਕੇ ਚਰਦਾ ਰਿਹਾ ਸੀ, ਬਕੌਲ ਪਵਨ ਮਨਚੰਦਾ ਦੀਆਂ ਫਾਈਲਾਂ ਦੇ ਲੱਭ ਕੇ ਉਸੇ ਵਾਂਗੂ ਢਿੱਡ ਦੇ ਬੋਰੇ ਵਿੱਚ ਭਰ ਕੇ ਲਾਸ਼ ਸਿਉਂ ਦਿੱਤੀ ਗਈ। ਪੋਸਟਮਾਰਟਮ ਦੇ ਕਮਰੇ ਦੇ ਬਾਹਰ ਰਾਮ ਲਾਲ ਦੀ ਫਤਿਹਾਲ ਬੀਬੀ ਤੇ 3 ਜੀ ਪਿਆਣੇ ਬੱਚੇ ਬੈਠੇ ਸਨ, ਹੈਰਾਨ। ਢੇਰੀਆਂ ਢਾਹ ਕੇ ਨਾਲ 2-4 ਬੁੱਢੇ ਠੇਰੇ ਆਂਢੀ ਗੁਆਂਢੀ, ਗਲੀ ਦੀਆਂ 2-4 ਤੀਵੀਆਂ, 2-4 ਰਿਸ਼ਤੇਦਾਰ ਹਨੇਰੀ ਵਿੱਚ ਉੱਡ ਆਏ। ਕੱਖਾਂ ਦੀ ਇੱਕ ਛੋਟੀ ਜਿਹੀ ਬਦਵਾਸ ਢੇਰੀ। ਜ਼ਾਹਿਰ ਹੈ ਕਿ ਰਾਮ ਲਾਲ ਦੇ ਆਂਢੀ ਗੁਆਂਢੀ ਤੇ ਰਿਸ਼ਤੇਦਾਰ ਵੀ ਉਸੇ ਵਾਂਗੂ ਕਲਾਸ 3 ਦੇ ਕਲਾਸ 4 ਦੇ ਅਫਸਰ ਹੀ ਹੋਣਗੇ, ਤੇ ਜਾਂ ਨਿੱਕੀਆਂ ਕਲੋਲ ਬਾਗੀ ਦੁਕਾਨਾਂ ਦੇ ਸੇਲਜ਼ਮੈਨ, ਫੇਰੀ ਵਾਲੇ, ਛੋਟੇ ਮੋਟੇ ਧੰਦੇ ਕਰਨ ਵਾਲੇ ਲੋਕ। ਇਹ ਲੋਕ ਤੁਹਾਨੂੰ ਪਤਾ ਹੀ ਹੈ ਨਿਹਾਇਤ ਖੁਦਗਰਜ਼ ਹੁੰਦੇ ਨੇ। ਇਹਨਾਂ ਨੂੰ ਇਹੀ ਫਿਕਰ ਪਿਆ ਰਹਿੰਦਾ ਹੈ ਕਿ ਜੇ ਦਿਹਾੜੀ ਟੁੱਟ ਗਈ ਤਾਂ ਰਾਤੀ ਚੁੱਲ੍ਹਾ ਕਿਵੇਂ ਬਲੇਗਾ। ਨੌਕਰੀ ਪੇਸ਼ਾ ਲੋਕ ਆਪਣੀਆਂ ਕੈਜ਼ੂਅਲ ਲਿਵਸ ਗਿਣਨ ਦੇ ਚੱਕਰ ਵਿੱਚ ਪਏ ਰਹਿੰਦੇ ਨੇ। ਆਪਣੇ ਆਪ ਨੂੰ ਲਾਸ਼ ਹੋਣੋਂ ਬਚਾਉਂਦੇ ਇਹ ਦੂਜਿਆਂ ਦੀਆਂ ਲਾਸ਼ਾਂ ਵੱਲ ਬੜੇ ਬੇਮੁਰਵਤ ਹੋ ਜਾਂਦੇ ਨੇ। ਸੋ ਰਾਮ ਲਾਲ ਦਾ ਜੇ ਰਾਤ ਤੱਕ ਸੰਸਕਾਰ ਨਾ ਹੋ ਗਿਆ ਤਾਂ ਇਹ ਲੋਕ ਰਾਤੀ 2 ਘੜੀਆਂ ਲਾਸ਼ ਕੋਲ ਬਹਿ ਕੇ ਆਪਣਾ ਹਮਸਾਇਗੀ ਦਾ ਫਰਜ਼ ਪੂਰਾ ਕਰ ਲੈਣਗੇ, ਤੇ ਜੇ ਹੋ ਗਿਆ ਤਾਂ ਉਹਦੀ ਬੀਵੀ ਨੂੰ ਪਰਚਾਉਣਗੇ। ਹੋਰ ਕਰ ਵੀ ਕੀ ਸਕਦੇ ਹੈ ਕੋਈ। ਇਸ ਕਹਾਣੀ ਦਾ ਅਗਲਾ ਭਾਗ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਅਲਵਿਦਾ ਮੇਰੇ ਦੋਸਤੋ। ਇਸੇ ਤਰ੍ਹਾਂ ਸਾਹਿਤਕ ਗਤੀਵਿਧੀਆਂ ਨਾਲ ਜੁੜਨ ਲਈ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਲੋਕ ਇਸ ਚੈਨਲ ਨਾਲ ਜੁੜਦੇ ਰਹੇ। ਸ਼ੁਕਰੀਆ।